ਗੁਰੂ ਸਤਿਨਾਮ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਇਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਸਤਿਗੁਰ ਨਾਨਕ ਭਗਤ ਕਰੀ ਇਕ ਮਨ, ਤਨ ਮਨ ਧਨ ਗੋਬਿੰਦ ਦਿਓ। ਅੰਗਦ ਅਨੰਤ ਮੂਰਤ ਨਿਜ ਧਾਰੀ, ਗਮ ਗਿਆਨ ਰਸ ਰਸਿਓ ਹੀਓ। ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹ ਵਾਹ ਕਰਤ ਆਇਓ। ਸ਼੍ਰੀ ਗੁਰੂ ਰਾਮਦਾਸ ਜਿਉ ਜੈ ਜਗ ਮਹਿ, ਤੈ ਹਰ ਪਰਮ ਪਦ ਪਾਇਓ। ਸ਼੍ਰੀ ਗੁਰੂ ਰਾਮਦਾਸ ਜਿਉ ਜੈ ਜਗ ਮਹਿ, ਤੈ ਹਰ ਪਰਮ ਪਦ ਪਾਇਓ। ਸੱਜਣ ਸੱਚਾ ਪਾਤਸ਼ਾਹੂ, ਸਿਰ ਸਾਹੰਦ ਸਾਹੂ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਣ ਦਇਆਲੰ, ਆਸਰੰ ਗੋਪਾਲ ਕੀਰਤਨ ਹੈ। ਨਿਰਮਲੰ ਸੰਤ ਸੰਗੇਣ, ਓਟ ਨਾਨਕ ਪਰਮੇਸ਼ੁਰ ਹੈ। ਸੰਤ ਉਦਰਣ ਦਇਆਲੰ, ਆਸਰੰ ਗੋਪਾਲ ਕੀਰਤਨ ਹੈ। ਨਿਰਮਲੰ ਸੰਤ ਸੰਗੇਣ, ਓਟ ਨਾਨਕ ਪਰਮੇਸ਼ੁਰ ਹੈ। ਚੰਦਨ ਚੰਦਨਾ ਸਰਦ ਰੁੱਤ, ਮੂਲ ਨਾ ਮਿਟਾਈ ਕਾਮ। ਸੀਤਲ ਥੀਵਾ ਨਾਨਕਾ, ਜਪੰਦੜੋ ਹਰ ਨਾਮ। ਪੌੜੀ ਚਰਨ ਕਮਲ ਕੀ ਓਟ, ਉਦਰੇ ਸਗਲ ਜਨ। ਸੁਣ ਪਰਤਾਪ ਗੋਵਿੰਦ, ਨਿਰਭਉ ਭਏ ਮਨ। ਟੋਟ ਨਾ ਆਵੈ ਮੂਲ, ਸੰਚਿਆ ਨਾਮ ਧਨ। ਸੰਤ ਜਨਾ ਸਿਉ ਸੰਗ, ਪਾਈਆ ਵੱਡਾ ਪੁੰਨ।
आठ पहर हर ध्याए, हर जस नित सुना, संत जना स्यो संग, पाइया वड्डा पुना। आठ पहर हर ध्याए, हर जस नित सुना। वाहिगुरु जी का खालसा, वाहिगुरु जी की फतेह। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਮੰਜੀ ਸਾਹਿਬ ਵਿਖੇ ਬੈਠੇ ਹੋਏ ਸਤਸੰਗੀ ਜਣੋ ਜੀ, ਇੱਕ ਵਾਰੀ ਹੋਰ ਕਿਰਪਾ ਕਰੋ, ਫਤਿਹ ਦੀ ਸਾਂਝ ਬਖਸ਼ਿਸ਼ ਕਰੋ। ਸਾਰੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਦਾ ਜੋ ਪਾਵਨ ਮੁੱਖ ਵਾਕ ਸਾਨੂੰ ਬਖਸ਼ਿਸ਼ ਹੋਇਆ ਹੈ, ਰਾਗ ਜੈਤ ਸਰੀ ਹੈ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜੈਤ ਸਰੀ ਕੀ ਵਾਰ ਵਿੱਚੋਂ ਇਹ ਪਾਵਨ ਪਵਿੱਤਰ ਪਾਵਨ ਸ਼ਬਦ ਹੈ ਜੋ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪਾਂ ਸਰਵਣ ਕੀਤਾ। ਸਾਧ ਸੰਗਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ 'ਚੋਂ ਬਾਰ-ਬਾਰ ਪਰਮੇਸ਼ਰ ਦੇ ਸਿਮਰਨ ਦਾ ਜ਼ਿਕਰ ਕੀਤਾ ਗਿਆ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮੇਸ਼ਰ ਦਾ ਬਾਰ-ਬਾਰ ਜ਼ਿਕਰ ਕਰਦੇ ਨੇ, ਉਹਦੇ ਨਾਮ ਸਿਮਰਨ ਦਾ ਜ਼ਿਕਰ ਕਰਦੇ ਨੇ। ਗੁਰੂਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਜਿੱਥੇ ਪਰਮੇਸ਼ਰ ਦੀ ਗੱਲ ਕੀਤੀ ਹੈ, ਉੱਥੇ ਪਰਮੇਸ਼ਰ ਦੇ ਪਿਆਰਿਆਂ ਦੀ ਵੀ ਬਾਰ-ਬਾਰ ਹਜ਼ੂਰ ਸੱਚੇ ਪਾਤਸ਼ਾਹ ਨੇ ਚਰਚਾ ਕੀਤੀ ਹੈ। ਅੱਜ ਵਾਲਾ ਜਿਹੜਾ ਪਾਵਨ ਸ਼ਲੋਕ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ, ਸਰਵਣ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਇੱਕ ਵਾਰੀ ਸਾਰੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਣ ਦਇਆਲੰ, ਆਸਰੰ ਗੋਪਾਲ ਕੀਰਤਨਹਿ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਪਵਿੱਤਰ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ। ਉਹ ਆਪਣੇ ਸੰਤਾਂ ਦਾ ਉਧਾਰ ਕਰਨ ਵਾਲਾ ਹੈ। ਉਹ ਆਪਣੇ ਸੰਤਾਂ ਨੂੰ ਪਰ ਭਵ ਸਾਗਰ ਵਿੱਚੋਂ ਤਾਰਨ ਵਾਲਾ ਹੈ, ਵਿਕਾਰਾਂ ਦੀ ਤਪਸ਼ ਵਿੱਚੋਂ ਬਚਾਉਣ ਵਾਲਾ ਹੈ। ਉਹ ਆਪਣੇ ਸੰਤਾਂ ਦਾ ਵਿਸ਼ੇਸ਼ ਤੌਰ ਤੇ ਪੱਖ ਲੈਂਦਾ ਹੈ। ਉਹ ਪਰਮੇਸ਼ਰ ਭਾਵੇਂ ਸਾਰੀ ਹੀ ਸ੍ਰਿਸ਼ਟੀ ਦੀ ਪਾਲਣਾ ਕਰਦਾ ਹੈ, ਸਾਰਿਆਂ ਨੂੰ ਆਪਣੇ ਧਿਆਨ ਵਿੱਚ ਰੱਖਦਾ ਹੈ। ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਮੇਰਾ ਪਰਮੇਸ਼ਰ ਸਾਰਿਆਂ ਨੂੰ ਆਪਣੇ ਚਿੱਤ ਵਿੱਚ ਰੱਖਦਾ ਹੈ, ਉਹਨੂੰ ਕਿਸੇ ਦਾ ਵੀ ਚੇਤਾ ਨਹੀਂ ਭੁੱਲਦਾ। ਪਰ ਹਜ਼ੂਰ ਮਹਾਰਾਜ ਕਹਿੰਦੇ ਨੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ।
ਮਹਾਰਾਜ ਕਹਿੰਦੇ ਨੇ, ਹੇ ਮੇਰੇ ਪ੍ਰਭੂ ਸੰਤ ਤੇਰੇ ਨੇ, ਤੂੰ ਸੰਤਾਂ ਦਾ ਏ, ਤੂੰ ਸੰਤਾਂ ਨੂੰ ਹੱਥ ਦੇ ਕੇ ਇਸ ਭਵ ਸਾਗਰ ਵਿੱਚੋਂ ਆਪਣੇ ਪਿਆਰਿਆਂ ਨੂੰ ਬਚਾ ਲੈਣਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਉਹ ਦਿਆਲੂ ਵੀ ਬਹੁਤ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਪਰਮੇਸ਼ਰ ਨੂੰ ਬਾਰ-ਬਾਰ ਦਿਆਲੂ ਕਿਹਾ ਗਿਆ ਹੈ, ਉਹਨੂੰ ਕਿਰਪਾਲੂ ਕਿਹਾ ਗਿਆ ਹੈ। ਉਹ ਤੇ ਇੰਨਾ ਦਿਆਲੂ ਹੈ, ਉਹ ਇੰਨਾ ਦਿਆਲੂ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਕਹਿੰਦੇ ਨੇ, ਦੀਨ ਦਿਆਲ ਦਇਆ ਨਿਧ, ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ। ਜਿਹੜੇ ਉਹਦੇ ਦੋਖੀ ਹਨ, ਜਿਹੜੇ ਉਹਨੂੰ ਮਾੜਾ ਬੋਲਦੇ ਹਨ, ਜਿਹੜੇ ਉਸ ਰੱਬ ਨੂੰ ਮੰਦਾ ਬੋਲਦੇ ਹਨ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਉਹ ਤੇ ਉਹਨਾਂ ਦੀ ਵੀ ਰੋਜੀ ਰੋਟੀ ਬੰਦ ਨਹੀਂ ਕਰਦਾ। ਸਾਧ ਸੰਗਤ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਦਸਮ ਗ੍ਰੰਥ ਜਾਪ ਸਾਹਿਬ ਦੀ ਪਾਵਨ ਬਾਣੀ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਕਿ ਰਾਜ਼ਕ ਰਹੀਮ ਹੈ, ਉਹ ਰਿਜ਼ਕ ਤੇ ਦਿੰਦਾ ਹੈ, ਪਰ ਉਹ ਰਹਿਮ ਚਾਣ ਕੇ, ਤਰਸ ਆਣ ਕੇ ਆਪਣੇ ਜੀਵਾਂ ਦੀ ਪ੍ਰਤਪਾਲਨਾ ਕਰਦਾ ਹੈ। ਮਿਹਰਵਾਨ ਸਾਹਿਬ ਮਿਹਰਵਾਨ, ਸਾਹਿਬ ਮੇਰਾ ਮਿਹਰਵਾਨ, ਜੀ ਸਗਲ ਕੋ ਦੇਤਾ। ਉਹ ਬਹੁਤ ਹੀ ਮਿਹਰਾਂ ਕਰਨ ਵਾਲਾ ਹੈ, ਬਹੁਤ ਮਿਹਰਾਂ ਕਰਨ ਵਾਲਾ ਹੈ। ਤੇ ਗਰੀਬ ਨਵਾਜ ਮਹਾਰਾਜ ਕਹਿੰਦੇ ਨੇ, ਉਹ ਮੇਰਾ ਜਿਹੜਾ ਪਰਮੇਸ਼ਰ ਹੈ, ਉਹ ਆਪਣੇ ਪਿਆਰਿਆਂ ਦਾ ਉਦਾਰ ਕਰਨ ਵਾਲਾ ਹੈ, ਉਹ ਇਹਨਾਂ ਨੂੰ ਬਚਾਉਣ ਵਾਲਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਹਮ ਇਹ ਕਾਜ ਜਗਤ ਮੋਹ ਆਏ, ਧਰਮ ਹੇਤ ਗੁਰਦੇ ਪਠਾਏ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਮੈਨੂੰ ਮੇਰੇ ਪਰਮੇਸ਼ਰ ਨੇ ਕਾਹਦੇ ਵਾਸਤੇ ਦੁਨੀਆ ਤੇ ਭੇਜਿਆ? ਹਜ਼ੂਰ ਕਹਿੰਦੇ ਨੇ, ਧਰਮ ਚਲਾਵਣ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜਾ ਨਿਰਮਲ ਪੰਥ ਚਲਾਇਆ ਸੀ, ਉਸ ਧਰਮ ਨੂੰ ਅੱਗੇ ਚਲਾਉਣ ਵਾਸਤੇ, ਧਰਮ ਚਲਾਵਣ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਮਹਾਰਾਜ ਕਹਿੰਦੇ ਨੇ, ਮੈਨੂੰ ਮੇਰੇ ਮਾਲਕ ਨੇ ਇਸ ਕਰਕੇ ਭੇਜਿਆ ਹੈ, ਧਰਮ ਨੂੰ ਅੱਗੇ ਚਲਾ ਸਕਾਂ, ਪ੍ਰਭੂ ਦੇ ਪਿਆਰਿਆਂ ਦਾ ਉਦਾਰ ਕਰ ਸਕਾਂ, ਉਹਨਾਂ ਦੀ ਰੱਖਿਆ ਕਰ ਸਕਾਂ। ਧਰਮ ਚਲਾਵਣ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਦੁਸ਼ਟਾਂ ਦੀਆਂ ਜੜ੍ਹਾਂ ਪੁੱਟਣ ਵਾਸਤੇ ਮੈਨੂੰ ਮੇਰੇ ਪਰਮੇਸ਼ਰ ਨੇ ਇਸ ਦੁਨੀਆ ਤੇ ਘੱਲਿਆ। ਸਾਧ ਸੰਗਤ, ਉਹ ਬੜਾ ਦਿਆਲੂ ਹੈ, ਸਾਰਿਆਂ ਦੀ ਪ੍ਰਤਪਾਲਨਾ ਕਰਦਾ ਹੈ। ਪਰ ਮਹਾਰਾਜ ਕਹਿੰਦੇ ਨੇ, ਉਹ ਆਪਣੇ ਪਰਮੇਸ਼ਰ, ਆਪਣੇ ਪਿਆਰਿਆਂ ਨੂੰ ਬਚਾ ਲੈਂਦਾ ਹੈ। ਉਹਦਾ ਕਾਰਨ ਇਹ ਹੁੰਦਾ ਹੈ, ਹਜ਼ੂਰ ਕਹਿੰਦੇ ਨੇ, ਉਹ ਜਿਹੜਾ ਮੇਰਾ ਆਸਰਨ ਗੋਪਾਲ ਕੀਰਤਨ ਹੈ, ਪ੍ਰਭੂ ਦੇ ਪਿਆਰਿਆਂ ਦਾ ਆਸਰਾ ਕੇਵਲ ਪ੍ਰਭੂ ਦਾ ਕੀਰਤਨ ਹੁੰਦਾ ਹੈ। ਪ੍ਰਭੂ ਦੇ ਪਿਆਰਿਆਂ ਨੂੰ ਆਸਰਾ ਕੇਵਲ ਉਸ ਵਾਹਿਗੁਰੂ ਦਾ ਹੁੰਦਾ ਹੈ। ਇਸ ਕਰਕੇ ਜਿਹੜਾ ਵੀ ਉਸ ਪਰਮੇਸ਼ਰ ਦਾ ਆਸਰਾ ਬਣਾ ਲਏ, ਜਿਹੜਾ ਕੇਵਲ ਆਪਣੇ ਰੱਬ ਦਾ ਆਸਰਾ ਰੱਖਦਾ ਹੈ, ਮੇਰਾ ਮਾਲਕ ਉਹਨੂੰ ਸੰਸਾਰ ਸਾਗਰ ਤੋਂ ਪਾਰ ਕਰ ਲੈਂਦਾ ਹੈ। ਹਾਂਜੀ, ਨਿਰਮਲੰ ਸੰਤ ਸੰਗੇਨ, ਓਟ ਨਾਨਕ ਪਰਮੇਸ਼ਰ ਹੈ। ਸਾਧ ਸੰਗਤ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਉਹ ਮੇਰਾ ਜਿਹੜਾ ਮਾਲਕ ਹੈ, ਜਿਹੜਾ ਵੀ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਵਿੱਚ ਆਉਂਦਾ ਹੈ, ਉਹਨੂੰ ਪਵਿੱਤਰ ਕਰ ਦਿੰਦਾ ਹੈ। ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਬਾਰ-ਬਾਰ ਕਿਹਾ ਗਿਆ ਹੈ, ਭਾਈ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਕਰੋ, ਪ੍ਰਭੂ ਦੇ ਪਿਆਰਿਆਂ ਦੀ ਸੰਗਤ ਕਰੋ। ਇੱਕ ਤਲੰਗ ਰਾਗ ਵਿੱਚ ਸ਼ਬਦ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ। ਮਹਾਰਾਜ ਕਹਿੰਦੇ ਨੇ, ਬਦ ਬਖਤ, ਇਹ ਫਾਰਸੀ ਵਿੱਚ ਸ਼ਬਦ ਹੈ, ਬਦ ਬਖਤ ਹਮ ਚੋ ਬਖੀਲ ਗਾਫਲ, ਬੇਨਜ਼ਰ ਬੇਬਾਗ। ਵੇਖੋ, ਮੈਨੂੰ ਮਾਫ ਕਰਨਾ। ਇਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਵੱਲੋਂ ਹੋ ਕੇ ਪਰਮੇਸ਼ਰ ਅੱਗੇ ਅਰਦਾਸ ਕੀਤੀ ਹੈ। ਪਰ ਗੁਰੂ ਸਾਹਿਬਾਂ ਦਾ ਇੱਕ ਬੜਾ ਵਿਲੱਖਣ ਢੰਗ ਸੀ, ਉਹ ਸਾਰੀ ਗੱਲ ਆਪਣੇ ਤੇ ਲੈ ਲੈਂਦੇ ਸਨ। ਬਾਬਾ ਨਾਨਕ ਜੀ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਮੇਰੇ ਰੱਬ ਜੀ, ਹੇ ਮੇਰੇ ਕਰਤਾਰ, ਬਦ ਬਖਤ, ਮੈਂ ਬੜਾ ਬਦ ਕਿਸਮਤ ਹਾਂ। ਬਦ ਬਖਤ ਹਮ ਚੋ ਬਖੀਲ ਗਾਫਲ, ਮੇਰੇ ਵਰਗਾ ਈਰਖਾਲ ਵੀ ਕੋਈ ਨਹੀਂ, ਮੇਰੇ ਵਰਗਾ ਨਿੰਦਕ ਵੀ ਕੋਈ ਨਹੀਂ। ਬਦ ਬਖਤ ਹਮ ਚੋ ਬਖੀਲ ਗਾਫਲ, ਮੇਰੇ ਵਰਗਾ ਲਾਪਰਵਾਹ ਵੀ ਕੋਈ ਨਹੀਂ। ਇੱਕ ਹੁੰਦਾ ਸ਼ਬਦ ਬੇਪਰਵਾਹ, ਇੱਕ ਹੁੰਦਾ ਲਾਪਰਵਾਹ।
ਲਾਪਰਵਾਹ ਉਹਨੂੰ ਕਹਿੰਦੇ ਨੇ ਜਿਹੜਾ ਗੈਰ ਜ਼ਿੰਮੇਵਾਰ ਹੋਵੇ, ਜਿਹਨੂੰ ਆਪਣੇ ਫਰਜ਼ਾਂ ਦੀ ਪੂਰਤੀ ਦਾ ਗਿਆਨ ਨਹੀਂ ਆਪਣੇ ਫਰਜ਼ਾਂ ਦੀ ਪੂਰਤੀ ਕਰਦਾ, ਉਹਨੂੰ ਲਾਪਰਵਾਹ ਕਹਿੰਦੇ ਨੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬਦ ਬਖਤ ਹਮ ਚੋ ਬਖੀਲ ਗਾਫਲ, ਬੇਨਜ਼ਰ ਮੇਰੇ ਵਰਗਾ ਢੀਠ ਵੀ ਕੋਈ ਨਹੀਂ, ਬੇਬਾਕ ਮੈਂ ਤੇਰੇ ਕੋਲੋਂ ਡਰਦਾ ਵੀ ਨਹੀਂ। ਪਰ ਇੰਨੇ ਸ਼ਬਦ ਕਹਿ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਖਾਲ। ਇਸ ਪਾਵਨ ਸ਼ਬਦ 'ਚ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਜਿਹੜੇ ਪ੍ਰਭੂ ਦੇ ਪਿਆਰੇ ਦੀ ਸੰਗਤ ਵਿੱਚ ਆਉਂਦੇ ਨੇ ਉਹ ਪਵਿੱਤਰ ਹੋ ਜਾਂਦੇ ਨੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਹੇ ਮੇਰੇ ਪ੍ਰਭੂ ਨਾਨਕ ਬਗੋਇਦ ਜਨ ਤੁਰਾ, ਇਹ ਨਾਨਕ ਤੇਰਾ ਦਾਸ ਹੈ, ਤੇਰੇ ਚਾਕਰਾਂ ਪਖਾਕ, ਮੈਂ ਤੇਰੇ ਪਿਆਰਿਆਂ ਦੀ ਚਰਨਾਂ ਦੀ ਧੂੜੀ ਲੋਚਦਾ ਹਾਂ, ਮੈਨੂੰ ਆਪਣੇ ਪਿਆਰਿਆਂ ਦੇ ਚਰਨਾਂ ਦੀ ਖਾਕ ਬਖਸ਼। ਸਾਧ ਸੰਗਤ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦਾ ਇੱਕ ਸ਼ਬਦ ਹੈ, ਪ੍ਰਭੂ ਦੇ ਪਿਆਰਿਆਂ ਦੀ ਸੰਗਤ ਕਰਨੀ ਚਾਹੀਦੀ ਹੈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਮਨ ਮੇਲ ਸੰਤ ਸੰਗਤ ਸ਼ੁਭਵੰਤੀ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਇਸ ਪੰਕਤੀ 'ਚ ਗੁਣ ਤੇ ਬਹੁਤ ਨੇ, ਪਰ 4 ਵੱਡੇ ਵੱਡੇ ਗੁਣ ਦੱਸੇ ਨੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਹੇ ਮੇਰੇ ਮਨ ਪ੍ਰਭੂ ਦੇ ਪਿਆਰਿਆਂ ਦੀ ਸੰਤਾਂ ਦੀ ਸੰਗਤ ਵਿੱਚ ਬੈਠ, ਇਹ ਸ਼ੁਭ ਗੁਣ ਬਖਸ਼ਣ ਵਾਲੀ ਹੈ। ਮਨ ਮਿਲ ਸੰਤ ਸੰਗਤ ਸ਼ੁਭਵੰਤੀ, ਭਲੇ ਗੁਣ ਬਖਸ਼ਣ ਵਾਲੀ ਹੈ। ਪਰ ਹਜ਼ੂਰ ਕਹਿੰਦੇ ਨੇ ਸੁਣ ਕਥ ਕਥਾ ਸੁਖਵੰਤੀ, ਜੇ ਤੂੰ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਵਿੱਚ ਆਏਗਾ, ਜਦੋਂ ਤੂੰ ਪ੍ਰਭੂ ਦੀ ਕਥ ਕਥਾ ਸੁਣੇਗਾ, ਇਹ ਪ੍ਰਭੂ ਦੇ ਪਿਆਰਿਆਂ ਵਿੱਚ ਬੈਠਿਆਂ ਪ੍ਰਭੂ ਦੀ ਕਥ ਕਥਾ ਸੁਣਿਆ ਹਿਰਦੇ ਨੂੰ ਸੁਖ ਮਿਲਦਾ ਹੈ। ਹਜ਼ੂਰ ਕਹਿੰਦੇ ਨੇ ਤੀਸਰਾ ਗੁਣ ਇਹ ਹੈ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਦਾ, ਸਭ ਕਿਹ ਵੇਖ ਪਾਪ ਲਹੰਤੇ, ਮਨੁੱਖ ਦੇ ਕੀਤੇ ਹੋਏ ਪਾਪ ਜਿਹੜੇ ਨੇ ਉਹ ਲੱਥ ਜਾਂਦੇ ਹਨ। ਤੇ ਚੌਥਾ ਗੁਣ ਹਜ਼ੂਰ ਕਹਿੰਦੇ ਨੇ ਹਰ ਹੋ ਲਿਖਤ ਲਖੰਤੇ, ਜਿਹੜੇ ਸਾਡੇ ਮਾੜੇ ਭਾਗ ਲਿਖੇ ਹਨ ਚੰਗੇ ਲੇਖ ਲਿਖਣੇ ਸ਼ੁਰੂ ਹੋ ਜਾਂਦੇ ਹਨ, ਸਾਡੇ ਮੱਥੇ ਦੇ ਭਾਗ ਵੀ ਬਦਲ ਜਾਂਦੇ ਹਨ, ਚੰਗੇ ਭਾਗ ਬਣ ਜਾਂਦੇ ਹਨ। ਸਾਧ ਸੰਗਤ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਨੇ ਹੇ ਭਾਈ ਪ੍ਰਭੂ ਦੇ ਪਿਆਰਿਆਂ ਦੀ ਸੰਗਤ 'ਚ ਬੈਠੀਏ ਤੇ ਜੀਵਨ ਪਵਿੱਤਰ ਹੋ ਜਾਂਦਾ ਹੈ। ਸਾਧ ਸੰਗਤ, ਭਗਤ ਕਬੀਰ ਸਾਹਿਬ ਜੀ ਦਾ ਇੱਕ ਪਾਵਨ ਸ਼ਬਦ ਹੈ। ਭਗਤ ਜੀ ਕਹਿੰਦੇ ਨੇ ਕਬੀਰ ਸੰਗਤ ਕਰੀਏ ਸਾਧਕੀ ਅੰਤ ਕਰੈ ਨਿਰਭਾ। ਬਾਬਾ ਕਬੀਰ ਜੀ ਕਹਿੰਦੇ ਨੇ ਜਦੋਂ ਸੰਗਤ ਕਰੋ ਪ੍ਰਭੂ ਦੇ ਪਿਆਰੇ ਦੀ ਸੰਗਤ ਕਰੋ, ਪ੍ਰਭੂ ਦੇ ਪਿਆਰਿਆਂ ਦੀ ਸੰਗਤ ਨਾਲ ਨਿਭ ਜਾਂਦੀ ਹੈ, ਰੱਬ ਦੇ ਘਰ ਤੱਕ ਨਾਲ ਜਾਂਦੀ ਹੈ। ਕਬੀਰ ਸੰਗਤ ਕਰੀਏ ਸਾਧਕੀ ਅੰਤ ਕਰੈ ਨਿਰਭਾ, ਸਾਖਤ ਸੰਗ ਨਾ ਕੀਜਈ ਜਾਣਤੇ ਹੋਏ ਬਿਨਾ। ਬਾਬਾ ਕਬੀਰ ਜੀ ਕਹਿੰਦੇ ਨੇ ਰੱਬ ਨਾਲੋਂ ਟੁੱਟੇ ਬੰਦੇ ਦੀ ਸੰਗਤ ਕਦੇ ਨਹੀਂ ਕਰਨੀ ਚਾਹੀਦੀ, ਉਹ ਨਾਸ਼ ਕਰ ਦਿੰਦੀ ਹੈ। ਮਹਾਰਾਜ ਕਹਿੰਦੇ ਨੇ ਉਹ ਨੁਕਸਾਨ ਕਰ ਜਾਂਦੀ ਹੈ, ਵਿਨਾਸ਼ ਕਰ ਜਾਂਦੀ ਮਨੁੱਖ ਦਾ। ਤੇ ਬਾਬਾ ਕਬੀਰ ਜੀ ਕਹਿੰਦੇ ਨੇ ਕਬੀਰ ਸੰਗਤ ਸਾਧਕੀ ਦਿਨ ਦਿਨ ਧੂਣਾ ਹੈ। ਪ੍ਰਭੂ ਦੇ ਪਿਆਰਿਆਂ ਦੀ ਸੰਗਤ ਕਰੋਗੇ ਨਾ, ਬੜੇ ਧਿਆਨ ਨਾਲ ਸੁਣਨਾ, ਬਾਬਾ ਕਬੀਰ ਜੀ ਕਹਿੰਦੇ ਨੇ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਕੀਤੇ ਦਿਨੋਂ ਦਿਨ ਰੱਬ ਨਾਲ ਪਿਆਰ ਵੱਧਦਾ ਜਾਂਦਾ ਹੈ, ਦਿਨੋਂ ਦਿਨ ਪ੍ਰਭੂ ਦੇ ਪਿਆਰਿਆਂ ਨਾਲ ਪਿਆਰ ਵੱਧਦਾ ਜਾਂਦਾ ਹੈ। ਕਬੀਰ ਸੰਗਤ ਸਾਧਕੀ ਦਿਨ ਦਿਨ ਧੂਣਾ ਹੈ, ਸਾਖਤ ਕਾਰੀ ਕਾਂਬਰੀ ਧੋਏ ਹੋਏ ਨਸੇਤ। ਬਾਬਾ ਕਬੀਰ ਜੀ ਕਹਿੰਦੇ ਨੇ ਸਾਖਤ ਦੀ ਸੰਗਤ ਇਸ ਤਰ੍ਹਾਂ ਹੈ, ਪੁੱਤਰਾ ਕਾਲੀ ਕੰਬਲੀ ਹੋਵੇ, ਜਿੰਨਾ ਮਰਜੀ ਕਾਲੀ ਕੰਬਲੀ ਨੂੰ ਧੋ ਦਿਓ ਉਹ ਚਿੱਟੀ ਨਹੀਂ ਹੁੰਦੀ। ਇਸੇ ਤਰ੍ਹਾਂ ਭਾਈ ਸਾਖਤ ਦੀ ਸੰਗਤ ਵਿੱਚ ਬੈਠਿਆਂ ਮਨੁੱਖ ਨੂੰ ਪਾਪਾਂ ਦੀ ਕਾਲਖ ਲੱਗਦੀ ਹੈ। ਸਾਧ ਸੰਗਤ ਇੱਕ ਸ਼ਬਦ ਹੁੰਦਾ ਗੁਰੂ ਰਾਮਦਾਸ ਮਹਾਰਾਜ ਦਾ, ਬੜੇ ਧਿਆਨ ਨਾਲ ਸੁਣਨਾ, ਸੰਗਤ ਕਾ ਗੁਣ ਬਹੁਤ ਅਧਿਕਾਈ। ਮਹਾਰਾਜ ਕਹਿੰਦੇ ਗੁਰੂ ਰਾਮਦਾਸ ਸੰਗਤ ਵਿੱਚ ਆਇਆ ਕਰੋ, ਬੜੇ ਇਹਦੇ ਵਿੱਚ ਗੁਣ ਨੇ, ਬਹੁਤ ਵੱਡੇ ਗੁਣ ਨੇ ਸਤ ਸੰਗਤ ਵਿੱਚ। ਪਰ ਸੂਆ ਗਣਕ ਉਦਾਰੇ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਓਏ ਜਿਹੜਾ ਤੋਤਾ ਸੀ ਗਣਕਾਂ ਕੋਲੋਂ ਰਾਮ ਰਾਮ ਪੜਦਾ ਪੜਦਾ ਗਣਕਾਂ ਨੂੰ ਵੀ ਪਾਰ ਕਰ ਗਿਆ, ਗਣਕਾਂ ਦਾ ਵੀ ਉਧਾਰ ਕਰ ਦਿੱਤਾ।
ये किहदी वडियाई है? ये चंगी संगत की वडियाई है। संगत का गुण बहु अदकाई। साध संगत, मैं नाम नहीं लेना उस शहर का, उड़ीसा विच है, बहुत वड्डा शहर। मेरा ख्याल है भी सन 2002 के करीब की गल होएगी, 18 साल हो गए। उत्थे 6 दीवान सन, 6 दीवान। तो मैनू याद है भी उस दिन तीसरा दीवान सी। महाराज कहते संगत विच आया करो, बंदा बड़े वड्डे वड्डे पापां तो बच जाता है। मैनू याद है भई 6 दीवान सन। जदों तीसरा दीवान होया ना, बहुत वड्डी संगत, बड़ा वड्डा इकट्ठ होया। गुरु महाराज की कृपा नाल संगत है, गुरु के सिखां दा। साध संगत उत्थे 6 दीवान हो गए। उस तो तकरीबन अगले साल तो मैं फिर नहीं गया। 1 साल छड्ड के फिर उन्होंने याद किया, फिर मैं चला गया। प्रसादा छकण वास्ते एक सरदार जी घर लै गए, प्रसादा पानी छकिया, दीवान तो बाद गए। उन्होंने जिहड़ी बेटी सी ना, तकरीबन तुसीं ला लो, मेरा ख्याल होवेगी 1.5 साल की होवेगी। इत्थे गए, प्रसादा पानी छक लिया, तो उन्हें 1.5 साल की 2 साल की बच्ची नूं मेरी झोली विच पा दिता। बच्ची बड़ी प्यारी, हसे खेडे, किलकारियां मारे, तुर लग्या। बच्ची बड़ी प्यारी, छोटी जी बच्ची। एक साडे रस्म भी बच्चियां नूं प्यार करना चाहिए। एक 100 रुपया कढ़ के ना मैं उस बच्ची नूं देन लगा। वो सरदारनी सरदार वाल वेखी जाए, सरदार सरदारनी वाल वेखी जाए। बड़े गंभीर जी हो गए। मैं हैरान हो गया भी गल कोई खास नहीं। जिहड़ा भी कि आउंदा बच्चिआं नूं छोटा मोटा प्यार दिंदा, अपने दिल का प्यार प्रगट करता है। वो सरदार जी कहन लगे, ज्ञानी जी इस बच्ची ते ना तुहाडा पहलां ही बहुत वड्डा एहसान आ। 100 रुपया रहन दो। मेरे पैरों थल्लों जमीन निकल गई। मैं वाहिगुरू वाहिगुरू करो। मैं तो बच्ची के दर्शन ही अज कीते ने। अज ही मैं वेख्या इस बच्ची नूं। एहसान काहदा होया? सरदार कहन लगा सरदार ने, तुसी दसो। वो कहंदी तुसी दसो। मैं आख्या दसो दसो की गल होई? कहन लगे, ज्ञानी जी जदों तुसी 2 साल पहला आए, पिछली वारी आए, उस दिन तीसरा दीवान से। कहते ज्ञानी जी उस दिन पता नहीं तुहानूं प्रबंधकां ने आख्या कि जां गुरु महाराज की मौज विच इस तरह होया। गुरु महाराज का भाणा यह वापरिया भी तुसी भरूण हत्या ते कथा उदन महाराज ने तुहाडे कोलों करवाई। ये शब्द उन्हां वरते। कहंदे जदों भरूण हत्या ते कथा होई ते कहंदे भी तुहाडे कोलों महाराज ने ये अखवाया, मां दी कोख नूं कब्रस्तान ना बनाओ, धीआं नूं जम्मण तो पहला कतल ना करो, इन्हां दी पालना पोषणा करो, पुत्तां वांग इन्हां नूं पालो। गुरु नानक साहब महाराज ने बड़ा वड्डा पाप लिखिया है। इन्हां नाल वितकरा करना बड़ा वड्डा पाप है। इन्हां नूं मारना फिर कितना वड्डा पाप होएगा। कहंदे ज्ञानी जी फिर तुहाडे कोल महाराज ने ये गल खवाई भी एक जम्मण तो पहला धी जदों डॉक्टर कोल गए उन्होंने कतल करवाउण वास्ते, वो अपनी मां नूं कहंदी है, जम्मण तो पहला धी कहंदी है। एक कवि दे ख्याल सानू मैं किते सुनाए होणगे। उस धी ने अपनी मां नूं आख्या, मां मैनूं जन्म लै लैण दे, मां में जिहड़े मेरे वड्डे भैण भरा होणगे मैं उन्हां दे लथे पुथे कपड़े पाला करांगी। मां तेरे घर विचों जिहड़ा रोटी दा टुक बाजेगा मैं वो खा के गुजारा कर लांगी। मां मैनूं एक बारी दुनिया वेख लैण दे, तेरे घर विच बैठ के रब दा सिमरन करया करांगी। जे तू मैनूं मरवा दिता, मैनूं अपने नालों विछोड़ के कुत्तियां अगे ना पा, मैनूं रूड़ियां ते ना सुट। कहंदे ज्ञानी जी जदों असीं बाहर आए, साडे पातशाह दी इन्नी कृपा होई, इन्नी मेहर होई। असीं डॉक्टर कोलों 3 बजे का टाइम लिया सी ते इस कुड़ी नूं असीं कतल करवाउण वास्ते जाना सी हॉस्पिटल विच। 3 बजे का टाइम सी। कहंदे ज्ञानी जी जदों फिर असीं गल आपो च रलाई सी भी कथा की समाप्ति होएगी, जोड़े घर विच आ गए, इत्थों फिर असीं चले जावांगे। कहंदे ज्ञानी जी गुरु रामदास गुरु ग्रंथ साहब महाराज की इन्नी कृपा होई, जदों असीं जोड़े पा के आपो च मिले, दोनों ने एक दूजे वाल देखिया, दोनों के नेत्रों में हंझू सन। ये कहंदे मैं नहीं जाना, मैं आख्या मैं नहीं जाना।
ਕਹਿੰਦੇ ਗਿਆਨੀ ਜੀ ਜੇ ਅਸੀਂ ਉਸ ਦਿਨ ਸੰਗਤ ਵਿੱਚ ਨਾ ਨਾ ਜਾਂਦੇ, ਇਸ ਬੱਚੀ ਨੂੰ ਅਸੀਂ ਕਤਲ ਕਰਵਾਉਣਾ ਸੀ ਹਸਪੀਟਲ ਜਾ ਕੇ। ਇਸ ਪਾਪ ਤੋਂ ਸਾਨੂੰ ਰੱਬ ਨੇ ਬਚਾ ਲਿਆ। ਮੈਂ ਆਖਿਆ ਪਰ ਹੁਣ ਤੁਹਾਨੂੰ ਬੱਚੀ ਪਿਆਰੀ ਬੜੀ ਲੱਗਦੀ। ਕਹਿੰਦੇ ਗਿਆਨੀ ਜੀ ਇਹ ਤੇ ਜਿੰਦ ਜਾਨ ਹੈ ਸਾਡੇ। ਸਾਧ ਸੰਗਤ ਫਿਰ ਮੈਂ ਉੱਥੇ 3-4 ਸਾਲ ਬਾਅਦ ਵਿੱਚ ਗਿਆ। ਮੈਂ ਆਖਿਆ ਬੇਟੀ ਦਾ ਕੀ ਹਾਲ ਹੈ? ਕਹਿੰਦੇ ਗਿਆਨੀ ਜੀ ਹੁਣ ਤੇ 5 ਸਾਲ ਦੀ ਹੋਈ, ਜਪਜੀ ਸਾਹਿਬ ਦਾ ਪਾਠ ਕਰਦੀ ਜ਼ੁਬਾਨੀ। ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਈ। ਸਾਧ ਸੰਗਤ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਓਏ ਦੁਨੀਆ ਦੇ ਲੋਕੋ ਗੁਰੂ ਦੀ ਸੰਗਤ ਵਿੱਚ ਆਇਆ ਕਰੋ, ਬੰਦਾ ਕਰੋੜਾਂ ਪਾਪਾਂ ਤੋਂ ਬਚਦਾ, ਬੜੇ ਬੜੇ ਵੱਡੇ ਪਾਪਾਂ ਤੋਂ ਬਚ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਿਰਮਲੰਗ ਸੰਤ ਸੰਗੇਨ, ਪ੍ਰਭੂ ਦੇ ਪਿਆਰਿਆਂ ਦੀ ਸੰਗਤ ਵਿੱਚ ਆਈਏ, ਮਹਾਰਾਜ ਕਹਿੰਦੇ ਜੀਵਨ ਪਵਿੱਤਰ ਹੋ ਜਾਂਦਾ ਹੈ। ਓਟ ਨਾਨਕ ਪਰਮੇਸ਼ਰ ਹੈ, ਕਿਉਂਕਿ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਵਿੱਚ ਆਣ ਕੇ ਪਰਮੇਸ਼ਰ ਦੇ ਓਟ ਆਸਰਾ ਲੈਣਾ ਚਾਹੀਦਾ ਹੈ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਾਈ ਕਾਮ। ਸਾਧ ਸੰਗਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਥੇ ਠੰਡੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਹੈ। ਮਹਾਰਾਜ ਕਹਿੰਦੇ ਨੇ ਚੰਦਨ ਵੀ ਠੰਡਾ ਹੁੰਦਾ ਹੈ, ਚੰਦਰਮਾ ਦੀ ਚਾਨਣੀ ਵੀ ਠੰਡੀ ਹੁੰਦੀ ਹੈ, ਸਰਦ ਰੁੱਤ ਵੀ ਠੰਡੀ ਹੁੰਦੀ ਹੈ। ਪਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਭਾਵੇਂ ਚੰਦਨ ਦਾ ਕਰ ਲੋ ਲੇਪ ਆਪਣੇ ਸਰੀਰ ਤੇ, ਭਾਵੇਂ ਚੰਨਣ ਦੀ ਚੰਦਰਮਾ ਦੀ ਚਾਨਣੀ ਵਿੱਚ ਬੈਠ ਜਾਓ, ਜਿੰਨੀ ਮਰਜ਼ੀ ਬਰਫ਼ ਪੈਂਦੀ ਹੋਵੇ, ਸਰਦ ਰੁੱਤ ਹੋਵੇ, ਮਹਾਰਾਜ ਕਹਿੰਦੇ ਨੇ ਮੇਰੇ ਰੱਬ ਦੇ ਪਿਆਰਿਓ ਅੰਦਰ ਦੀ ਤਪਸ਼ ਨੂੰ ਨਾ ਤੇ ਚੰਦਨ ਠੰਡਾ ਕਰ ਸਕਦਾ ਹੈ, ਅੰਦਰ ਦੀ ਤਪਸ਼ ਨੂੰ ਨਾ ਚੰਦਰਮਾ ਦੀ ਚਾਨਣੀ ਸ਼ਾਂਤ ਕਰ ਸਕਦੀ ਹੈ। ਸਾਡੇ ਅੰਦਰ ਤਪਦੇ ਹੋਏ ਮਨ ਨੂੰ ਨਾ ਬਾਹਰ ਦੀ ਬਰਫ਼ ਜਾਂ ਸਰਦ ਰੁੱਤ ਠੰਡਿਆਂ ਕਰ ਸਕਦੀ ਹੈ। ਸਾਨੂੰ ਤਪਸ਼ ਕਾਹਦੀ ਹੈ? ਸਾਡੇ ਅੰਦਰ ਤਪਸ਼ ਕਾਹਦੀ ਹੈ? ਸਾਧ ਸੰਗਤ ਵਿਕਾਰਾਂ ਦੀ ਤਪਸ਼ ਹੈ, ਈਰਖਾ ਦੀ, ਨਫ਼ਰਤ ਦੀ, ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ ਤਪਸ਼ ਹੈ। ਸਾਧ ਸੰਗਤ ਇੱਕ ਸ਼ਬਦ ਆਉਂਦਾ ਗੁਰੂ ਅਰਜਨ ਸਾਹਿਬ ਮਹਾਰਾਜ ਦਾ, ਹਜ਼ੂਰ ਕਹਿੰਦੇ ਨੇ ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਬੁਝਾਈ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਇਸ ਤਨ ਵਿੱਚ, ਇਸ ਸਰੀਰ 'ਚ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ। ਉਸ ਤ੍ਰਿਸ਼ਨਾ ਦੀ ਅੱਗ ਨੂੰ ਬੁਝਾਉਣ ਵਾਸਤੇ ਇੱਕੋ ਹੀ ਪਾਣੀ ਕੰਮ ਕਰਦਾ, ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਬੁਝਾਈ ਹੈ। ਵਿਕਾਰਾਂ ਦੀ ਤਪਸ਼ ਨਾ ਚੰਦਨ ਦੇ ਲੇਪ ਨਾਲ ਉਤਰਦੀ ਹੈ, ਨਾ ਇਹ ਤਪਸ਼ ਸਰਦੀਆਂ ਦੀ ਰੁੱਤ ਵਿੱਚ ਘਟਦੀ ਹੈ, ਚੰਦਰਮਾ ਦੀ ਚਾਨਣੀ ਵਿੱਚ ਵੀ ਨਹੀਂ ਘਟਦੀ। ਸਾਧ ਸੰਤ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਉਸ ਵੇਲੇ ਸ਼੍ਰੀ ਅੰਮ੍ਰਿਤਸਰ ਸਾਹਿਬ ਸਨ। ਬੜੇ ਧਿਆਨ ਨਾਲ ਸੁਣਨਾ, ਦੀਵਾਨ ਦੀ ਸਮਾਪਤੀ ਹੋਈ, ਕੀਰਤਨ ਦੀ ਸਮਾਪਤੀ ਹੋਈ, ਮਹਾਰਾਜ ਨੇ ਰੱਬੀ ਕਥਾ ਕੀਤੀ ਗੁਰੂ ਅਰਜਨ ਸਾਹਿਬ ਨੇ। ਪਿੱਛੋਂ ਮਹਾਰਾਜ ਕਹਿੰਦੇ ਭਾਈ ਕਿਸੇ ਦੇ ਦਿਲ ਵਿੱਚ ਕੋਈ ਸਵਾਲ ਤੇ ਨਹੀਂ, ਕੋਈ ਸ਼ੰਕਾ ਤੇ ਨਹੀਂ। ਇੱਕ ਸਿੱਖ ਉੱਠ ਕੇ ਖੜਾ ਹੋ ਗਿਆ। ਮਹਾਰਾਜ ਕਹਿੰਦੇ ਨੇ ਹਾਂ ਭਾਈ ਸਿੱਖਾ, ਕੀ ਨਾਮ ਹੈ ਤੇਰਾ? ਕਹਿੰਦਾ ਜੀ ਮੇਰਾ ਨਾਮ ਕੇਦਾਰੀ ਹੈ। ਮਹਾਰਾਜ ਕਹਿੰਦੇ ਨੇ ਕੀ ਪੁੱਛਣਾ ਚਾਹੁੰਦਾ? ਕਹਿੰਦਾ ਮਹਾਰਾਜ ਮੈਂ ਸੱਚ ਬੋਲਦਾ, ਮਹਾਰਾਜ ਮੈਂ ਝੂਠ ਨਹੀਂ ਬੋਲਦਾ। ਮਹਾਰਾਜ ਤੁਸੀਂ ਕਹਿੰਦੇ ਹੋ ਕਾਮ ਤੋਂ, ਕ੍ਰੋਧ ਤੋਂ, ਵਿਕਾਰਾਂ ਤੋਂ ਬਚੋ, ਮਹਾਰਾਜ ਮੈਂ ਸੱਚ ਆਖਦਾ ਹਾਂ। ਇਹ ਵਿਕਾਰ ਬਹੁਤ ਤਪਾਉਂਦੇ ਨੇ ਮਹਾਰਾਜ। ਕਈ ਵਾਰੀ ਕਾਮ ਬਹੁਤ ਤੰਗ ਕਰਦਾ, ਮਹਾਰਾਜ ਇਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ? ਇਹਨਾਂ ਦੀ ਤਪਸ਼ ਤੋਂ ਕਿਵੇਂ ਬਚਿਆ ਜਾ ਸਕਦਾ? ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਭਾਈ ਕਦਾਰੀ ਪੁੱਤਰਾ, ਜੇ ਜੰਗਲ ਨੂੰ ਅੱਗ ਲੱਗ ਜਾਏ, ਜਿਹੜੇ ਜੰਗਲ ਦੇ ਪਸ਼ੂ ਹੁੰਦੇ ਨੇ, ਜਿਹੜੇ ਜੰਗਲ ਦੇ ਜਾਨਵਰ ਹੁੰਦੇ ਨੇ, ਜਦੋਂ ਜੰਗਲ ਨੂੰ ਅੱਗ ਲੱਗ ਜੇ ਉਹ ਫਿਰ ਕਿੱਧਰ ਦੌੜਦੇ ਨੇ? ਭਾਈ ਕਦਾਰੀ ਕਹਿਣ ਲੱਗਾ ਮਹਾਰਾਜ ਜੰਗਲ ਨੂੰ ਅੱਗ ਲੱਗ ਜਾਏ, ਜਿਹੜੇ ਜੰਗਲ ਦੇ ਜਾਨਵਰ ਨੇ ਦੌੜ ਕੇ ਨਦੀ ਵਿੱਚ ਜਾ ਵੜਦੇ ਨੇ। ਮਹਾਰਾਜ ਕਹਿੰਦੇ ਨੇ ਜੰਗਲ ਨੂੰ ਅੱਗ ਲੱਗ ਜਾਏ, ਜਾਨਵਰ ਦੌੜ ਕੇ ਨਦੀ ਵਿੱਚ ਜਾ ਵੜਦੇ ਨੇ, ਫਿਰ ਉਹ ਅੱਗ ਤੋਂ ਬਚ ਜਾਂਦੇ ਨੇ? ਕਹਿੰਦਾ ਮਹਾਰਾਜ ਬਚ ਜਾਂਦੇ ਨੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਭਾਈ ਕਦਾਰੀ ਇਸ ਤਰ੍ਹਾਂ ਇਹ ਜਿਹੜੇ ਵਿਕਾਰਾਂ ਦੀ ਅੱਗ ਹੈ ਜਦੋਂ ਮਨੁੱਖ ਨੂੰ ਸਾੜਦੀ ਹੈ, ਮਹਾਰਾਜ ਕਹਿੰਦੇ ਦੌੜ ਕੇ ਰੱਬ ਦੀ ਸੰਗਤ ਵਿੱਚ ਤੁਰ ਜਾਣਾ ਚਾਹੀਦਾ ਹੈ। ਮਹਾਰਾਜ ਕਹਿੰਦੇ ਨੇ ਦੌੜ ਕੇ ਸੰਗਤ ਵਿੱਚ ਤੁਰ ਜਾਣਾ, ਪ੍ਰਭੂ ਦੇ ਪਿਆਰਿਆਂ ਦੀ ਸੰਗਤ ਤੁਰ ਜਾਣਾ ਚਾਹੀਦਾ ਹੈ। ਬੰਦਾ ਇਸ ਵਿਕਾਰਾਂ ਦੀ ਅੱਗ ਤੋਂ ਬਚ ਜਾਂਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਇਹ ਜਗ ਜਲਤਾ ਦੇਖ ਕੇ ਭੱਜ ਪਏ, ਹਰ ਸਦ ਸਰਨਾਈ ਰਾਮ,
ਇਹ ਜਗ ਜਲਦਾ ਦੇਖ ਕੇ ਭੱਜ ਪਏ ਸਤਿਗੁਰ ਸਰਨਾ। ਬਾਬਾ ਕਬੀਰ ਜੀ ਕਹਿੰਦੇ ਨੇ ਇਹ ਜਗ ਜਲਦਾ ਦੇਖ ਕੇ ਭਇਓ ਕਬੀਰ ਉਦਾਸ। ਇਹ ਜਿਹੜਾ ਜਗਤ ਹੈ ਵਿਕਾਰਾਂ ਵਿੱਚ ਸੜ ਰਿਹਾ ਹੈ, ਇਸ ਸੜਦੇ ਹੋਏ ਜਗਤ ਨੂੰ ਵੇਖ ਕੇ ਕਬੀਰ ਦੁਨੀਆ ਦੇ ਮੋਹ ਤੋਂ ਉੱਪਰ ਹੋ ਗਿਆ, ਮੈਂ ਉਪਰਾਮ ਹੋ ਗਿਆ ਹਾਂ। ਇਹਦਾ ਇੱਕੋ ਤਰੀਕਾ ਮਹਾਰਾਜ ਕਹਿੰਦੇ ਨੇ, ਜਦੋਂ ਵਿਕਾਰਾਂ ਦੀ ਤਪਸ਼ ਸਤਾਉਂਦੀ ਹੋਵੇ, ਸਾੜਦੀ ਹੋਵੇ, ਉਸ ਵੇਲੇ ਸੰਗਤ ਵਿੱਚ ਤੁਰ ਜਾਣਾ ਚਾਹੀਦਾ। ਬਾਕੀ ਚੰਦਨ ਦਾ ਲੇਪ, ਚੰਦਰਮਾ ਦੀ ਚਾਨਣੀ, ਸਰਦ ਰੁੱਤ, ਮਹਾਰਾਜ ਕਹਿੰਦੇ ਨੇ ਮੂਲ ਨਾ ਮਿਟੇ ਕਾਮ। ਇਹ ਜਿਹੜੀ ਤਪਸ਼ ਹੈ ਇਹ ਤੇ ਮੂਲੋਂ ਨਹੀਂ ਮਿਟਾ ਸਕਦਾ ਚੰਦਨ, ਨਾ ਚੰਦਰਮਾ ਮਿਟਾ ਸਕਦਾ, ਨਾ ਚੰਦਰਮਾ ਮਿਟਾ ਸਕਦਾ। ਇਹ ਫਿਰ ਜਿਹੜੀ ਅੰਦਰ ਦੀ ਤਪਸ਼ ਹੈ ਇਹ ਕਿਵੇਂ ਬੁਝਦੀ ਹੈ? ਸੀਤਲ ਥੀਵੈ ਨਾਨਕਾ ਜਪੰਦੜੂ ਹਰ ਨਾਮ। ਮਹਾਰਾਜ ਕਹਿੰਦੇ ਨੇ ਇਹ ਮਨ ਸੀਤਲ ਹੋ ਜਾਂਦਾ ਹੈ, ਨਾ ਚੰਦਨ ਨਾਲ ਸੀਤਲ ਹੁੰਦਾ ਹੈ, ਨਾ ਚੰਦਰਮਾ ਨਾਲ ਸੀਤਲ ਹੁੰਦਾ ਹੈ। ਮਹਾਰਾਜ ਕਹਿੰਦੇ ਨੇ ਇਹ ਮਨ ਸੀਤਲ ਹੋ ਜਾਂਦਾ ਹੈ ਨਾਨਕ ਜੀ ਜਿਹੜਾ ਬੰਦਾ ਪਰਮੇਸ਼ਰ ਦਾ ਨਾਮ ਜਪਦਾ ਹੈ। ਸਾਧ ਸੰਗਤ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਾਲ ਬੜੇ ਧਿਆਨ ਨਾਲ ਸੁਣਨਾ। 5 ਦਿਨ ਤਸੀਹੇ ਦਿੱਤੇ ਗਏ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ। ਉਦੋਂ ਚੌਥਾ ਦਿਨ ਸੀ, ਲੌਡਾ ਵੇਲਾ ਹੋ ਗਿਆ। ਹਜ਼ੂਰ ਨੂੰ ਤੱਤੀ ਲੋਹ ਤੇ ਸਾੜਿਆ ਗਿਆ, ਉਬਲਦੇ ਪਾਣੀ ਚ ਉਬਾਲੇ ਦਿੱਤੇ ਗਏ, ਸੀਸ ਸੜਦਾ ਬਲਦਾ ਰੇਤਾ ਪਾਇਆ ਗਿਆ। ਜਿੱਦਣ ਚੌਥਾ ਦਿਨ ਸੀ ਨਾ, ਲੌਡਾ ਵੇਲਾ ਹੋਇਆ, ਦੁਪਹਿਰ ਤੋਂ ਬਾਅਦ ਵਿੱਚ ਚੰਦੂ 4 ਦਿਨ ਕਹਿੰਦਾ ਰਿਹਾ, ਮਹਾਰਾਜ ਕਰਾਮਾਤ ਦਿਖਾਓ, ਮਹਾਰਾਜ ਕਰਾਮਾਤ ਦਿਖਾਓ। ਉਹਦਾ ਕਾਰਨ ਕੀ ਸੀ? ਸਾਸਨ ਯਾਦ ਰੱਖੀਏ, ਜਿਹੜਾ ਇਸਲਾਮ ਧਰਮ ਹੈ, ਇਸਲਾਮ ਧਰਮ ਦਾ ਇੱਕ ਵਿਸ਼ਵਾਸ ਹੈ, ਜਿਹੜੇ ਰੱਬ ਨੂੰ ਪਹੁੰਚੇ ਹੁੰਦੇ ਹਨ, ਜਿਹੜੇ ਫਕੀਰ ਅੱਲਾ ਨੂੰ ਪਹੁੰਚੇ ਹੁੰਦੇ ਹਨ, ਉਹ ਕਰਾਮਾਤੀ ਹੁੰਦੇ ਨੇ। ਜਹਾਂਗੀਰ ਬਾਦਸ਼ਾਹ ਸੋਚਦਾ ਸੀ ਕਿ ਜੇ ਗੁਰੂ ਅਰਜਨ ਦੇਵ ਮਹਾਰਾਜ ਕਰਾਮਾਤ ਦਿਖਾ ਦੇਣ, ਇਹਨਾਂ ਨੂੰ ਬਚਾ ਲੈਣਾ ਚਾਹੀਦਾ। ਚੰਦੂ 4 ਦਿਨ ਕਹਿੰਦਾ ਰਿਹਾ, ਮਹਾਰਾਜ ਕਰਾਮਾਤ ਦਿਖਾਓ, ਕਰਾਮਾਤ ਦਿਖਾਓ। ਕਿ ਜੇ ਕਰਾਮਾਤ ਦਿਖਾ ਦੇਣ, ਇਹਨਾਂ ਨੂੰ ਬਚਾ ਲੈਣਾ ਚਾਹੀਦਾ, ਜਹਾਂਗੀਰ ਚਾਹੁੰਦਾ ਸੀ। ਜਿੱਦਣ ਚੌਥਾ ਦਿਨ ਹੋਇਆ ਨਾ ਲੌਡਾ ਵੇਲਾ, ਭਾਈ ਵੀਰ ਸੇ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਤੇ ਕਾਲੇ ਨਹੀਂ ਪਏ, ਚੰਦੂ ਚੰਦਰਾ ਕਾਲਾ ਪੈ ਗਿਆ। ਮਹਾਰਾਜ ਨੂੰ ਬਾਰ-ਬਾਰ ਕਹਿੰਦਾ, ਮਹਾਰਾਜ ਕਰਾਮਾਤ ਦਿਖਾਓ। ਫਿਰ ਗੁਰੂ ਅਰਜਨ ਸਾਹਿਬ ਚੌਥੇ ਦਿਨ ਲੌਡੇ ਵੇਲੇ ਮੁਸਕਰਾ ਕੇ ਕਹਿੰਦੇ, ਓਏ ਚੰਦੂ 10 ਮਣ ਲੱਕੜਾਂ ਲੋਹ ਹੇਠ ਬਾਲ ਦਿੱਤੀਆਂ ਜੇ, ਚੰਦੂ 10 ਮਣ ਲੱਕੜਾਂ ਪਾਣੀ ਦੀ ਦੇਗ ਹੇਠ ਬਾਲ ਦਿੱਤੀਆਂ ਜੇ, ਚੰਦੂ 10 ਮਣ ਲੱਕੜਾਂ ਰੇਤ ਦੇ ਕੜਾਏ ਹੇਠ ਬਾਲ ਦਿੱਤੀਆਂ ਜੇ। ਮਹਾਰਾਜ ਕਹਿੰਦੇ ਨੇ, ਚੰਦੂ ਤੁਸਾਂ 10 ਮਣ ਲੱਕੜਾਂ ਬਾਲ ਕੇ ਲੋਹ ਤੱਤੀ ਕੀਤੀ, 10 ਮਣ ਲੱਕੜਾਂ ਬਾਲ ਕੇ ਪਾਣੀ ਤੱਤਾ ਕੀਤਾ, 10 ਮਣ ਲੱਕੜਾਂ ਬਾਲ ਕੇ ਰੇਤ ਤੱਤੀ ਕੀਤੀ। ਹਜ਼ੂਰ ਮੁਸਕਰਾ ਕੇ ਕਹਿਣ ਲੱਗੇ, ਚੰਦੂ ਜਿਹਨੂੰ ਤੱਤਿਆਂ ਕਰਨ ਵਾਸਤੇ ਤੁਸਾਂ ਸਭ ਕੁਝ ਤੱਤਾ ਕਰ ਦਿੱਤਾ, ਚੰਦੂ ਉਹ ਤੇ ਅਜੇ ਵੀ ਠੰਡਾ ਬੈਠਾ ਹੈ। ਚੰਦੂ ਇਹੀ ਕਰਾਮਾਤ ਹੈ, ਹੋਰ ਤੂੰ ਕਰਾਮਾਤ ਕਿਹੜੀ ਚਾਹੁੰਦਾ ਹੈ? ਸਾਧ ਸੰਗਤ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਇੱਕੋ ਚੀਜ਼ ਮਨੁੱਖ ਦੇ ਮਨ ਨੂੰ ਸ਼ਾਂਤ ਰੱਖ ਸਕਦੀ ਹੈ, ਠੰਡਾ ਰੱਖ ਸਕਦੀ ਹੈ, ਜਪੰਦੜੋ ਹਰ ਨਾਮ, ਜਿਹੜਾ ਪਰਮੇਸ਼ਰ ਦਾ ਨਾਮ ਸਿਮਰਨ ਕਰਦਾ ਹੈ। ਪੌੜੀ ਚਰਨ ਕਮਲ ਕੀ ਓਟ, ਉਦਰੇ ਸਗਲ ਜਨ। ਮਹਾਰਾਜ ਕਹਿੰਦੇ ਨੇ, ਹੇ ਭਾਈ, ਪ੍ਰਭੂ ਦੇ ਚਰਨਾਂ ਕਮਲਾਂ ਦਾ ਜਿਹੜਾ ਪਿਆਰ ਹੈ, ਆਸਰਾ ਹੈ, ਜਿਹੜਾ ਮਨੁੱਖ ਵੀ ਪ੍ਰਭੂ ਦੇ ਚਰਨਾਂ ਕਮਲਾਂ ਦਾ ਆਸਰਾ ਰੱਖੇਗਾ, ਉਹ ਸਾਰੇ ਜੀਵ ਪਾਰ ਹੋ ਜਾਂਦੇ ਨੇ, ਵਿਕਾਰਾਂ ਤੋਂ ਬਚ ਜਾਂਦੇ ਨੇ, ਪਾਪ ਸਾਗਰ ਵਿੱਚ ਡੁੱਬਣੋਂ ਬਚ ਜਾਂਦੇ ਨੇ। ਸਾਧ ਸੰਗਤ ਮੈਨੂੰ ਖਿਮਾ ਕਰਨੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਕਿਸੇ ਇੱਕ ਦੀ ਗੱਲ ਨਹੀਂ ਕੀਤੀ ਗਈ। ਗੁਰੂ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ, ਸੰਤ ਹੋ ਰਾਮਦਾਸ ਸਰੋਵਰ ਨੀਕਾ, ਜੋ ਨਾਵੈ ਸੋ ਕੁਲ ਤਰਾਵੈ, ਉਦਾਰ ਹੋਇਆ ਜੀ ਕੈ, ਜੋ ਨਾਵੈ ਸੋ ਕਲ। ਇੱਕ ਦੀ ਗੱਲ ਨਹੀਂ ਕੀਤੀ ਮਹਾਰਾਜ ਨੇ। ਫਿਰ ਗੁਰੂ ਮਹਾਰਾਜ ਕਹਿੰਦੇ, ਖੱਤਰੀ ਬ੍ਰਾਹਮਣ ਸ਼ੂਦ ਵੈਸ ਪਦੇਸ਼, 4 ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮੈਂ, ਘਟ ਕਰ ਨਾਨਕ ਮਾਝਾ। ਜਿਹੜਾ ਵੀ ਗੁਰੂ ਦੀ ਸ਼ਰਨ ਚਾਹੇਗਾ, ਜਿਹੜਾ ਪਰਮੇਸ਼ਰ ਦਾ ਸਿਮਰਨ ਕਰੇਗਾ, ਉਹਦਾ ਆਪਣਾ ਉਧਾਰ ਵੀ ਹੋਏਗਾ, ਉਹਦੀ ਕੁਲ ਦਾ ਵੀ ਉਧਾਰ ਹੋਏਗਾ। ਇਹ ਨਹੀਂ ਆਖਿਆ ਵੀ ਐਸ ਜਾਤੀ ਦਾ ਉਧਾਰ ਹੋਏਗਾ, ਇਹਦਾ ਨਾਂ ਉਧਾਰ ਹੋਏਗਾ।
ਜੋ ਨਹਾਵੇ ਸੋ ਕੁਲ ਉਤਰਾਵੇ। ਸਾਧ ਸੰਗਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਨੇ, ਜਿਹੜਾ ਜਿਹੜਾ ਵੀ ਪ੍ਰਭੂ ਦੇ ਪਿਆਰਿਆਂ ਦਾ ਓਟ ਆਸਰਾ ਲੈਂਦਾ ਹੈ, ਇਹਨਾਂ ਦੀ ਸੰਗਤ ਵਿੱਚ ਆਉਂਦਾ ਹੈ, ਜਿਹੜਾ ਪਰਮੇਸ਼ਰ ਦੀ ਸ਼ਰਨ ਵਿੱਚ ਆਉਂਦਾ ਉਹ ਸਾਰੇ ਜੀਵਾਂ ਦਾ ਉਦਾਰ ਹੋ ਜਾਂਦਾ ਹੈ। ਹਾਂਜੀ। ਸੁਣ ਪਰਤਾਪ ਗੋਵਿੰਦ ਨਿਰਭਉ ਭਏ ਮਨ। ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਬੜੇ ਧਿਆਨ ਨਾਲ ਸੁਣਨਾ। ਹਜ਼ੂਰ ਕਹਿੰਦੇ ਨੇ ਸੁਣ ਪ੍ਰਤਾਪ ਗੋਵਿੰਦ, ਪ੍ਰਤਾਪ ਕਹਿੰਦੇ ਨੇ ਵਡਿਆਈ ਨੂੰ। ਜਿਹੜਾ ਜਿਹੜਾ ਮਨੁੱਖ ਵੀ ਪਰਮੇਸ਼ਰ ਦੀਆਂ ਵਡਿਆਈਆਂ ਸੁਣਦਾ, ਜਿਹੜਾ ਜਿਹੜਾ ਮਨੁੱਖ ਰੱਬ ਦੀ ਵਡਿਆਈ ਸੁਣਦਾ, ਮਹਾਰਾਜ ਕਹਿੰਦੇ ਨੇ ਨਿਰਭਉ ਭਏ ਮਨ, ਉਹ ਬੰਦਾ ਨਿਰਭਉ ਹੋ ਜਾਂਦਾ। ਸਾਧ ਸੰਗਤ ਮੂਲ ਮੰਤਰ ਦੀ ਜਿਹੜੀ ਪਾਵਨ ਪਵਿੱਤਰ ਬਾਣੀ ਹੈ, ਉਹਦੇ ਚ ਇੱਕ ਸ਼ਬਦ ਆਉਂਦਾ ਹੈ ਨਿਰਭਉ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਉਹ ਮੇਰਾ ਮਾਲਕ ਨਿਰਭਉ ਹੈ, ਕਿਸੇ ਕੋਲੋਂ ਡਰਦਾ। ਨਿਰਭਉ ਜਪੈ ਸਗਲ ਭਉ ਮਿਟੈ। ਜਿਹੜਾ ਉਸ ਨਿਰਭਉ ਨੂੰ ਜਪੇਗਾ ਉਹ ਨਿਰਭਉ ਹੋ ਜਾਏਗਾ। ਸਾਧ ਸੰਗਤ ਦੁਨੀਆ ਦੇ ਅਵਤਾਰ ਤੇ ਬਹੁਤ ਹੋਏ ਨੇ, ਪੈਗੰਬਰ ਤੇ ਬਹੁਤ ਹੋਏ ਨੇ, ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਇਸ ਸ੍ਰਿਸ਼ਟੀ ਦੀ ਰਚਨਾ 'ਚ ਜੇ ਕੋਈ ਬੇਪਰਵਾਹ ਹੈ ਤੇ ਉਹ ਸਾਡਾ ਬਾਬਾ ਨਾਨਕ ਹੈ। ਸਤਿਗੁਰ ਸੱਚਾ ਪਾਤਸ਼ਾਹ ਬੇਪਰਵਾਹ ਅਥਾਹ ਸਹਾਬਾ। ਸਾਡਾ ਬਾਬਾ ਨਾਨਕ ਬੇਪਰਵਾਹ ਹੈ, ਉਹ ਸਦਾ ਰਹਿਣ ਵਾਲਾ ਪਾਤਸ਼ਾਹ ਹੈ। ਬੇਪਰਵਾਹ ਅਥਾਹ ਸਹਾਬਾ, ਉਹ ਕਿੰਨਾ ਕੁ ਬੇਪਰਵਾਹ ਇਹਦਾ ਕੋਈ ਅੰਤ ਨਹੀਂ। ਜੇ ਸਾਡੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਮੁਸਲਮਾਨਾਂ ਦੀ ਸ਼ਾਹੀ ਮਸਜਿਦ ਵਿੱਚ ਗਏ, ਇਸਲਾਮੀਆਂ ਦਾ ਰਾਜ ਹੈ, ਉੱਥੇ ਬਾਦਸ਼ਾਹ ਖਲੋਤਾ ਹੋਇਆ। ਸ਼ਾਹੀ ਮਸਜਿਦ ਜਿੱਥੇ ਕੇਵਲ ਬਾਦਸ਼ਾਹ ਦੇ ਵਜ਼ੀਰ ਲੋਕ ਪੜ ਸਕਦੇ ਸੀ ਨਮਾਜ਼, ਉੱਥੇ ਇਸਲਾਮੀਆਂ ਦਾ ਰਾਜ ਹੈ। ਬਾਦਸ਼ਾਹ ਵੀ ਉੱਥੇ ਹੈ, ਵਜ਼ੀਰ ਵੀ ਉੱਥੇ ਨੇ, ਕਾਜ਼ੀ ਨਮਾਜ਼ ਪਿਆ ਪੜਦਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਮਾਜ਼ ਪੜ੍ਹਦੇ ਹੋਏ ਕਾਜ਼ੀ ਵੱਲ ਉੱਚੀ ਸਾਰੀ ਹੱਸ ਕੇ ਕਹਿੰਦੇ ਨੇ ਮਾਨਸ ਖਾਣੇ ਕਰੇ ਨਵਾਜ਼। ਮਹਾਰਾਜ ਹੱਸ ਕੇ ਕਹਿਣ ਲੱਗੇ, ਓਏ ਦੁਨੀਆ ਦੇ ਲੋਕੋ ਵੇਖੋ ਹੈਰਾਨੀ ਵਾਲਾ ਕੌਤਕ, ਮਨੁੱਖਾਂ ਨੂੰ ਜਿਉਂਦੇ ਖਾਣ ਵਾਲੇ ਲੋਕ ਨਮਾਜ਼ਾਂ ਪਏ ਪੜ੍ਹਦੇ ਨੇ। ਬਾਬੇ ਨੇ ਨਹੀਂ ਪਰਵਾਹ ਕੀਤੀ ਵੀ ਸਲਾਮੀਆਂ ਦਾ ਰਾਜ ਹੈ, ਇਹਨਾਂ ਦੀ ਮਸਜਿਦ ਹੈ, ਕੱਟੜ ਮਤਸਮੀਆਂ ਦੀ। ਇਹ ਧਰਮ ਦੇ ਨਾਂ ਤੇ ਇੱਕ ਗੱਲ ਨਹੀਂ ਸੁਣਨੀ ਚਾਹੁੰਦੇ। ਸਾਡੇ ਵਾਂਗ ਨਹੀਂ ਵੀ ਜੋ ਕਿਸੇ ਦੇ ਮੂੰਹ ਵਿੱਚ ਆਉਂਦਾ ਬੋਲੀ ਜਾਂਦਾ ਹੈ। ਚਲੋ ਖੈਰ ਮੈਂ ਇਸ ਪਾਸੇ ਨਹੀਂ ਜਾਣਾ ਚਾਹੁੰਦਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੁਸਲਮਾਨਾਂ ਦੀ ਸ਼ਾਹੀ ਮਸਜਿਦ ਵਿੱਚ ਕਹਿੰਦੇ ਨੇ ਮਾਨਸ ਖਾਣੇ ਕਰੇ ਨਵਾਜ਼। ਉਹ ਦੁਨੀਆ ਦੇ ਲੋਕੋ, ਆ ਮਨੁੱਖਾਂ ਨੂੰ ਜਿਉਂਦੇ ਖਾਣ ਵਾਲੇ ਲੋਕ ਨਮਾਜ਼ਾਂ ਪਏ ਪੜ੍ਹਦੇ ਨੇ। ਜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਗਨਨਾਥ ਪੁਰੀ ਦੇ ਮੰਦਿਰ ਵਿੱਚ ਗਏ
ਤੇ ਛੁਰੀ ਨਹੀਂ ਚੱਲ ਰਹੀ। ਸਾਡੇ ਗੁਰੂ ਨਾਨਕ ਸਾਹਿਬ ਦੇ ਸਿੱਖ ਗੁਰੂ ਨਾਨਕ ਸਾਹਿਬ ਨੇ ਸਮੇਰ ਪਰਬਤ ਤੇ ਉੱਥੇ ਜਾ ਕੇ ਜਦੋਂ ਕਾਰਗਿਲ ਦੀ ਜੰਗ ਹੋਈ, ਉੱਥੇ ਫਿਰ ਸਾਡੀ ਸਿੱਖ ਰੈਜੀਮੈਂਟ ਨੇ ਜਾ ਕੇ ਝੰਡੇ ਚਲਾਏ ਗੁਰੂ ਗੋਬਿੰਦ ਸਿੰਘ ਮਹਾਰਾਜ। ਤੇ ਖਿਮਾ ਕਰਨੀ ਇੱਕ ਫਿਲਮ ਬਣੀ ਕਾਰਗਿਲ ਤੇ, ਉਹ ਤੁਸੀਂ ਵੇਖ ਲਓ। ਮੈਨੂੰ ਤੇ ਪਤਾ ਲੱਗਾ ਉਹਦੇ ਸਿੱਖ ਦਾ ਕਰਦਾਰ ਹੀ ਕੋਈ ਨਹੀਂ। ਇਸ ਤਰ੍ਹਾਂ ਵਿਖਾਇਆ ਵੀ ਸਿੱਖ ਹਿੰਦੁਸਤਾਨ ਦੀ ਫੌਜ ਵਿੱਚ ਹੈ ਹੀ ਕੋਈ ਨਹੀਂ। ਕੇਸਰੀ ਨਿਸ਼ਾਨ ਸਾਹਿਬ ਸਾਡੇ ਗੱਭਰੂਆਂ ਨੇ ਕਟਾਇਆ, ਚਲਾਇਆ, ਕੁਝ ਮੁੰਡੇ ਬਚੇ, ਬਾਕੀ ਸਾਰੇ ਸ਼ਹਾਦਤ ਪ੍ਰਾਪਤ ਕਰ ਗਏ। ਗੁਰੂ ਮਹਾਰਾਜ ਕਹਿੰਦੇ ਨੇ ਭਾਈ ਇਹ ਜਿਹੜੀ ਸਿੱਖਾਂ ਨੂੰ ਗੁਰਤੀ ਮਿਲੀ ਹੈ ਇਹ ਪਰਮੇਸ਼ਰ ਦੇ ਨਾਮ ਚ ਮਿਲੀ ਹੈ। ਸੁਣ ਪ੍ਰਤਾਪ ਗੋਬਿੰਦ ਦਾ ਨਿਰਭਉ ਭਏ ਮਨ, ਪਰ ਸਾਨੂੰ ਹੱਕ ਮਿਲਣਾ ਚਾਹੀਦਾ। ਅਸੀਂ ਨਿਡਰ ਹੋ ਕੇ ਸਾਡੇ ਗੱਭਰੂ ਲੜਦੇ ਹਨ, ਮਰਦੇ ਹਨ। ਮਹਾਰਾਜ ਕਹਿੰਦੇ ਨੇ ਉਹ ਨਿਰਭਉ ਹੋ ਜਾਂਦੇ ਨੇ, ਇਸੇ ਕਰਕੇ ਆਪਣੇ ਹਥਿਆਰ ਆਖਰੀ ਜਿਹੜਾ ਉਹਨਾਂ ਦਾ ਸਵਾਸ ਹੁੰਦਾ ਉੱਥੋਂ ਤੱਕ ਲੜਦੇ ਹਨ। ਟੂਟ ਨ ਆਵੇ ਮੂਲ ਸੰਚਿਆ ਨਾਮ ਧਨ। ਮਹਾਰਾਜ ਕਹਿੰਦੇ ਨੇ ਪ੍ਰਭੂ ਦੇ ਪਿਆਰਿਆਂ ਕੋਲ ਜਿਹੜਾ ਧਨ ਹੁੰਦਾ ਹੈ ਉਹ ਪਰਮੇਸ਼ਰ ਦੇ ਨਾਮ ਦਾ ਧਨ ਹੁੰਦਾ ਹੈ, ਉਹਦੇ ਵਿੱਚ ਕਦੇ ਤੋਟ ਨਹੀਂ ਆਉਂਦੀ। ਸਾਧ ਸੰਗਤ ਇੱਕ ਸ਼ਬਦ ਹੁੰਦਾ ਗੁਰੂ ਰਾਮਦਾਸ ਮਹਾਰਾਜ ਦਾ, ਹਜ਼ੂਰ ਕਹਿੰਦੇ ਨੇ ਹਰ ਧਨ ਸੰਚਿਐ ਪਾਈ। ਜਿਵੇਂ ਤੁਸੀਂ ਦੁਨੀਆ ਵਾਲਾ ਧਨ ਇਕੱਠਾ ਕਰਦੇ ਹੋ ਨਾ, ਮਹਾਰਾਜ ਕਹਿੰਦੇ ਨੇ ਪ੍ਰਭੂ ਦੇ ਨਾਮ ਦਾ ਧਨ ਇਕੱਠਾ ਕਰਨਾ ਚਾਹੀਦਾ ਹੈ। ਪ੍ਰਭੂ ਦੇ ਸਿਮਰਨ ਦਾ ਨਾਮ ਦਾ ਧਨ ਇਕੱਠਾ ਕਰਨਾ ਚਾਹੀਦਾ, ਉਹਦੇ ਤੋਟ ਨਹੀਂ ਆਉਂਦੀ। ਫਿਰ ਉਹ ਧਨ ਲੱਭਦਾ ਕਿੱਥੋਂ ਆ? ਮਹਾਰਾਜ ਕਹਿੰਦੇ ਸਤ ਸੰਗਤੀ ਹਰ ਧਨ ਖੱਟੀਐ, ਹੋਰ ਥੈ ਹੋਰ ਉਪਾਏ ਹਰ ਧਨ ਕਿਤੇ ਨਾ ਲਏ। ਉਹ ਧਨ ਸਤ ਸੰਗਤ ਵਿੱਚ ਮਿਲਦਾ ਹੈ, ਕੋਈ ਹੋਰ ਉਪਾਅ ਨਹੀਂ, ਕੋਈ ਹੋਰ ਢੰਗ ਨਹੀਂ, ਉਹ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਵਿੱਚੋਂ ਮਿਲਦਾ ਹੈ। ਮਹਾਰਾਜ ਕਹਿੰਦੇ ਨੇ ਉਸ ਧਨ ਨੂੰ ਜਮਾ ਕਰਨਾ ਚਾਹੀਦਾ, ਜਿਹੜੇ ਜਮਾ ਕਰਦੇ ਨੇ ਉਹਨਾਂ ਨੂੰ ਕਦੇ ਤੋਟ ਨਹੀਂ ਆਉਂਦੀ। ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ। ਪ੍ਰਭੂ ਦੇ ਪਿਆਰਿਆਂ ਦੀ ਸੰਗਤ ਵਿੱਚ ਜਿਹੜਾ ਵੀ ਆਉਂਦਾ ਉਹਨੂੰ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੁੰਦੀ, ਉਹਨੂੰ ਰੱਬ ਦੀ ਪ੍ਰਾਪਤੀ ਹੁੰਦੀ, ਪਰ ਇਹ ਬੜੇ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਜਿਹੜੇ ਪਰਮੇਸ਼ਰ ਦਾ ਸਿਮਰਨ ਕਰਦੇ ਨੇ ਇਹਦੇ ਚ ਪਾਵਨ ਸ਼ਬਦ ਹੈ, ਉਹ ਨਿਡਰ ਹੋ ਜਾਂਦੇ, ਨਿਰਭਉ ਹੋ ਜਾਂਦੇ ਨੇ। ਆ 16 ਜੁਲਾਈ ਨੂੰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੋਰਾਂ ਨੇ ਹੈਡ ਗ੍ਰੰਥੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਾਈ ਤਾਰੂ ਸਿੰਘ ਜੀ ਦਾ 300 ਸਾਲਾ ਜਨਮ ਦਿਨ ਆ ਰਿਹਾ, ਜੋ ਉਹਨਾਂ ਦੇ ਪਿੰਡ ਪੂਲਾ ਵਿਖੇ ਮਨਾਇਆ ਜਾਣਾ ਅਕਤੂਬਰ ਵਿੱਚ 300 ਸਾਲ ਹੈ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਧਰਮ ਪ੍ਰਚਾਰ ਕਮੇਟੀ ਵੱਲੋਂ ਇੱਕ ਲਹਿਰ ਸ਼ੁਰੂ ਕੀਤੀ ਗਈ, ਸਿੱਖੀ ਸਰੂਪ ਮੇਰਾ ਅਸਲੀ ਰੂਪ। ਭਾਈ ਤਾਰੂ ਸਿੰਘ ਹੋਰੀ ਜਿਹੜੇ ਸਨ, ਸਾਧ ਸੰਗਤ ਮੈਂ ਅੱਧਾ ਕੁ ਮਿੰਟ ਲਾਉਣਾ ਚਾਹੁੰਦਾ। ਲਾਹੌਰ ਦੇ ਚੌਂਕ ਵਿੱਚ ਜਦੋਂ ਭਾਈ ਸਾਹਿਬ ਨੂੰ ਬਿਠਾ ਦਿੱਤਾ ਗਿਆ, ਬੜੇ ਧਿਆਨ ਨਾਲ ਸੁਣੋ। ਜ਼ਕਰੀਆ ਖਾਨ ਬਾਰ-ਬਾਰ ਕਹਿੰਦਾ ਕੇਸ ਕਟਾ ਲਾ, ਕੇਸ ਕਟਵਾ ਲਾ, ਤੈਨੂੰ ਮੌਤ ਕਬੂਲ ਹੈ ਕਿ ਸਿੱਖੀ ਕਬੂਲ ਹੈ? ਭਾਈ ਤਾਰੂ ਸਿੰਘ ਜੀ ਕਹਿੰਦੇ ਨੇ ਮੌਤ ਕਬੂਲ ਹੈ। 5-7 ਮੌਲਵੀ ਆ ਗਏ, 2-3 ਕਾਜ਼ੀ ਆ ਗਏ, ਬੜੇ ਬੜੇ ਲੰਬੇ। ਉਹਨਾਂ ਨੇ ਭਾਈ ਤਾਰੂ ਸਿੰਘ ਨੂੰ ਵਿੱਚੋਂ ਉਠਾਲ ਕੇ ਚੌਂਕ ਚੋਂ ਜ਼ਕਰੀਆ ਖਾਨ ਨੂੰ ਮੌਲਵੀ ਕਹਿਣ ਲੱਗਾ ਵੀ ਜੇ ਤੂੰ ਆਖੇ ਇਸ ਗੱਭਰੂ ਨਾਲ ਗੱਲ ਕਰ ਲਈਏ ਕੋ ਆਪਾਂ। ਸੂਬਾ ਖਾਨ ਬਹਾਦਰ ਆਖਣ ਲੱਗਾ ਕਰ ਲੈਣਾ ਚਾਹੀਦਾ, ਇਹਨੂੰ ਸਮਝਾ ਲੈਣਾ ਚਾਹੀਦਾ, ਕਰ ਲੈਣੀ ਚਾਹੀਦੀ ਗੱਲ। ਇਤਿਹਾਸ ਵਿੱਚ ਆਇਆ ਵੀ 5-7 ਮੌਲਵੀ ਇੱਕ ਪਾਸੇ ਲੈ ਗਏ। ਇੱਕ ਮੌਲਵੀ ਕਹਿਣ ਲੱਗਾ ਓਏ ਪੁੱਤਰਾ 25 ਸਾਲ ਦੀ ਤੇਰੀ ਉਮਰ ਹੈ, ਦਿਲ ਕਰਦਾ ਤੇਰੇ ਮੁਖੜੇ ਵੱਲ ਵੇਖੀ ਜਾਈਏ। ਪੁੱਤਰ ਤੈਨੂੰ ਸੂਬਾ ਖਾਨ ਬਹਾਦਰ ਕਹਿੰਦਾ ਵੀ ਕੇਸ ਕਤਲ ਕਰਵਾ ਲੈ। ਪੁੱਤਰ ਤੇਰੇ ਵੱਡੇ ਗੁਰੂ ਜੀ ਕਹਿੰਦੇ ਨੇ ਵਕਤ ਵਿਚਾਰ ਐਸੋ ਬੰਦਾ ਹੋਏ। ਬੰਦਾ ਉਹ ਹੈ ਜਿਹੜਾ ਵਕਤ ਦੀ ਵਿਚਾਰ ਕਰਦਾ ਹੈ। ਇੱਕ ਮੌਲਵੀ ਮੋਢੇ ਤੇ ਹੱਥ ਧਰ ਕੇ ਕਹਿੰਦਾ ਓਏ ਸੋਹਣਿਆ, ਓਏ ਕਹਿੰਦੇ ਕੇਸ ਕਟਵਾ ਲੈ। ਇੱਕ ਵਾਰੀ ਕੇਸ ਕਟਾ ਕੇ ਆਪਣੀ ਜਾਨ ਬਚਾ ਲੈ, ਨਿਕਲ ਜਾ, ਕੇਸ ਫੇਰ ਰੱਖ ਲੈ। ਤੇਰਾ ਗੁਰੂ ਕਹਿੰਦਾ ਵਕਤ ਦੀ ਵਿਚਾਰ ਕਰਨੀ ਚਾਹੀਦੀ। ਭਾਈ ਤਾਰੂ ਸਿੰਘ ਹੱਸ ਕੇ ਕਹਿਣ ਲੱਗਾ, ਕਹਿੰਦਾ ਮੌਲਵੀ ਤੁਹਾਡਾ ਧੰਨਵਾਦ, ਮੇਰਾ ਗੁਰੂ ਕਹਿੰਦਾ ਵਕਤ ਵਿਚਾਰੇ ਸੋ ਬੰਦਾ ਹੋਏ। ਪਰ ਮੌਲਵੀ ਜੀ ਹੁਣ ਵਕਤ ਇਹੀ ਗੱਲ ਕਹਿ ਰਿਹਾ, ਵਕਤ ਇਹੀ ਗੱਲ ਕਹਿ ਰਿਹਾ ਤਾਰੂ ਸਿਆ, ਇਹ ਤੇਰਾ ਇਮਤਿਹਾਨ ਨਹੀਂ, ਇਹ ਗੁਰੂ ਗੋਬਿੰਦ ਸਿੰਘ ਦੇ ਖਾਲਸਾ ਪੰਥ ਦਾ ਇਮਤਿਹਾਨ ਹੈ। ਵਕਤ ਇਹੀ ਗੱਲ ਕਹਿ ਰਿਹਾ ਹੈ, ਤਾਰੂ ਸਿੰਘ ਖੋਪੜੀ ਕੀਮਤੀ ਨਹੀਂ, ਜਾਨ ਕੀਮਤੀ ਨਹੀਂ, ਕੇਸ ਕੀਮਤੀ ਹਨ। ਸਾਧ ਸੰਗਤ ਕੇਸ ਕਤਲ ਨਹੀਂ ਕਰਵਾਏ,
ਆਪਣਾ ਖੋਪੜ ਉਤਰਵਾ ਲਿਆ। 22 ਦਿਨ ਭਾਈ ਸਾਹਿਬ ਜੀ ਦਾ ਖੋਪੜ ਉਤਰਿਆ ਰਿਹਾ। ਸਿੰਘ ਸਾਹਿਬ ਜੀ ਹੋਰਾਂ ਨੇ ਸੰਦੇਸ਼ ਦਿੱਤਾ, ਹੈਡ ਗ੍ਰੰਥੀ ਸਾਹਿਬ ਜੀ ਹੋਰਾਂ ਨੇ, ਗਿਆਨੀ ਜਗਤਾਰ ਸਿੰਘ ਹੋਰਾਂ ਨੇ, ਵੀ ਸਾਰੇ ਸਮਾਗਮ ਭਾਈ ਤਾਰੂ ਸਿੰਘ ਹੋਰਾਂ ਨੂੰ ਸਮਰਪਿਤ ਕਰਨੇ ਚਾਹੀਦੇ ਨੇ। ਉਹਨਾਂ ਨੇ ਹੁਕਮ ਕੀਤਾ 16 ਜੁਲਾਈ ਨੂੰ, ਔਰ ਸਮਾਗਮ ਸ਼ੁਰੂ ਹੋ ਗਏ ਹਨ। ਸਾਧ ਸੰਗਤ ਨੌਜਵਾਨਾਂ ਨੂੰ ਦਾਸ ਬੇਨਤੀ ਕਰੇਗਾ, ਭਾਈ ਤਾਰੂ ਸਿੰਘ ਜੀ ਦਾ ਹੁਣ ਜਨਮ ਦਿਨ ਹੈ, 300 ਸਾਲਾ, ਤੇ ਉਹਨਾਂ ਦੇ ਸਾਹਮਣੇ ਮਾਇਆ ਦਾ ਢੇਰ ਲਾ ਦਿੱਤਾ ਗਿਆ, ਤਾਜ ਟੰਗ ਦਿੱਤਾ ਗਿਆ। ਇਤਿਹਾਸ ਤੇ ਕਹਿੰਦਾ ਉਹਨਾਂ ਨੂੰ ਇਹ ਲਾਲਚ ਦਿੱਤਾ ਗਿਆ ਵੀ 4 ਵਿਆਹ ਤੇਰੇ ਕਰ ਸਕਣੇ ਆ। ਮੈਂ ਇੱਕ ਕਵੀ ਦਾ ਬਚਨ ਪੜਿਆ, ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਆ ਸੁਣ ਲਓ ਫਿਰ ਸਮਾਪਤੀ ਕਰੀਏ। ਭਾਈ ਸਾਹਿਬ ਕਹਿੰਦੇ ਨੇ, ਧਰਮ ਕਹੇ ਤੋ ਸ਼ਰੀਰ ਮੇਰਾ, ਪਰਣ ਪਾਲਕ ਕੇ ਖਾਕ ਕੇ ਸਾਥ ਮਿਲੇਗਾ। ਧਰਮ ਤੇ ਚਿੱਤ ਅਡੋਲ ਖੜਾ, ਬ੍ਰਹਮੰਡ हिले ਪਰ ਇਹ ਨਾ ਹਿਲੇਗਾ। साजो समाज तरलोकी को राज, कबीर की माया का द्वार खुलेगा। एती विभूति को देख कदंत ना, तारू मरगेंद का चित डुलेगा। भाई तारू सिंह कहन लगा, तारू सिंह गुरु गोबिंद सिंह दा बब्बर शेर है, ना इनू धन डला सकदा, ना इनू रूप डला सकदा, ना इनू राज भाग दा लालच डरा सकदा, ना इनू धर्म तब्दील कर सकदा। अज उन्हां दे जीवन तो प्रेरणा लैण दी लोड़ है। हाँ जी। 8 पहर हर ध्याए, हर जस नित सुन। जेड़े प्रभु दे प्यारे हन, वो 8 पैर जेड़े हन, वो प्रभु दा सिमरन करदे हन और परमेश्वर दे नाम विच मस्त रहिंदे हन। वो परमेश्वर दा नाम सुनदे हन, परमेश्वर दा नाम 8 पैर आराधदे हन। भुल चुक दी खिमा। गुरु के संगत बख्शणहार मैं एक बेनती करांगा नौजवानों नूं। गुरु गोबिंद सिंह महाराज सच्चे पातशाह जदों तग श्री दमदमा, बड़े ध्यान नाल सुण, मैं समाप्ति कर लगा। तग श्री दमदमा साहब गए मुक्तसर दी जंग तो बाद, महाराज दे दोवें महल आ गए उत्थे भाई मणि सिंह होरां दे नाल, भरिया होया दीवान से। माता सुंदर कौर जी ने, माता साहब कौर जी ने इधर देखिया उधर देखिया। माता जी कहन लगे, महाराज अजीत सिंह नहीं लभदा, महाराज फतेह सिंह नहीं लभदा, जुझार सिंह नहीं लगदा, जोरावार सिंह नहीं लभदा। गुरु गोबिंद सिंह महाराज ने उदों चिट्टी पोशाक पाई सी, केसरी दस्तार शस्त्रां बस्त्रां सजे होए। गुरु गोबिंद सिंह महाराज मुस्कुरा के कहन लगे, भागवानो जेड़ा भाना वापरिया पता ते तुहानू भी लग गया, पर मेरे कोलों क्यों पुछदियां जे। दोवें महाराज दे महल आखन लगे, मतावा कहन लगे, महाराज अपनी रसना तो दसो, अपनी मुख तो दसो, फतेह सिंह नाल की बीती, अजीत सिंह नाल की बीती, जुझार सिंह जोरावार सिंह नाल की बीती। गुरु गोबिंद सिंह महाराज कहन लगे, भागवानो मैनू पता है तुहाडे अंदरों पुत्रां दा प्यार बोल रहा है, पर महाराज गंभीर हो के आखन लगे, भागवानो मैं की करदा, जे मैं वो रख लेंदा ते इन्हां ने नहीं सी बचना। साडे वाले इशारा करके महाराज कहते, इन पुत्रन के शीस पर वार दिए सुत चार, 4 मुए तो क्या हुआ जीवित कई हजार। उस दिन मैं भैणां नूं बेनती करांगा, तग श्री दमदम साहब उदण फिर दशमेश पिता ने इन्नी कृपा की अपनियां धीआं ते, इन्नी कृपा की। गुरु गोबिंद सिंह महाराज मुस्कुरा के आखन लगे मौज चाण के, ऐ मेरी सिख बीबा, मेरा वाहिगुरु करे तेरी गोदी विच लाल खेडे। जे तू अपनी गोदी वाले लाल नूं ओदा जूड़ा रखेंगी, ओदे केस रखेंगी, ओनू गोदी च लैके बाणी पढ़ेंगी, महाराज कहंदे ने पुत्र तेरा ते लाल है ही है, वो मेरा भी फतेह सिंह होएगा। साध संगत अज बाजारां विच साडी सिख बीबा तुरी जाती होए, जे ओदी उंगल दे नाल लगा होया बच्चा सिख है, सिर ते केस की भावें 3 साल का क्यों ना होए, दुनिया दे लोग आखणगे सरदारां दी धी जा रही है, लोग आखणगे सरदारां दी नूह जा रही है, सरदार बच्चे दी मां जा रही है। मेरी ओ भैणों, बच्चे दे केस रखण करके तुहाडे पेकिआं नूं सरदारी मिल गई, तुहाडे सहुरिआं नूं सरदारी मिल गई, तेरे पुੱਤ नूं सरदारी मिल गई। गुरु गोबिंद सिंह महाराज ने यह सरदारी पुत्रां दा लहू डोल के सानू बख्शी है। भाई तारू सिंह दे आ जिहड़ा जन्म दिहाड़ा इहदे ते सानू प्रण करना चाहिए। महाराज सच्चे पातशाह सानू केसां दी दात बख्शो, भुल चुक दी खिमा।
ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਪ੍ਰਧਾਨ ਜੀ ਦਾ ਧੰਨਵਾਦ। ਭਾਈ ਗੁਰਸੇਵ ਸਿੰਘ ਹੋਰਾਂ ਬੜੇ ਪਿਆਰ ਨਾਲ ਪਾਠ ਕੀਤਾ। ਆਓ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰਕੇ ਫਿਰ ਸਮਾਪਤੀ ਕਰੀਏ ਜੀ। ਸੰਤ ਜਨਾ ਸਿਓ ਸੰਗ ਪਾਈਐ ਵੱਡੇ ਪੁੰਨ, ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੁਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ